ਵੈਲਕਮ ਇਨ ਦੀ ਕਲਾਸ। ਐਮ ਬਬਲਜੀਤ ਕੌਰ। ਅੱਜ ਆਪਣਾ 10th ਕਲਾਸ ਸਾਇੰਸ ਚੈਪਟਰ 13 ਵਾਈ ਡੂ ਵੀ ਫਾਲ ਇਲ, ਅਸੀਂ ਬਿਮਾਰ ਕਿਉਂ ਹੁੰਦੇ ਹਾਂ, ਇਸ ਚੈਪਟਰ ਨੂੰ ਅੱਜ ਆਪਾਂ ਪੜ੍ਹਾਂਗੇ ਅਤੇ ਸਮਝਾਂਗੇ। ਹੁਣ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਆਪਾਂ ਕਹਿ ਦਿੰਦੇ ਹਾਂ ਕਿ ਕਈ ਵਾਰੀ ਅਸੀਂ ਆਪਣੀ ਸਿਹਤ ਠੀਕ ਨਹੀਂ ਹੁੰਦੀ, ਆਪਾਂ ਬਿਮਾਰ ਹੋ ਜਾਂਦੇ ਹਾਂ। ਤਾਂ ਇਹਨਾਂ ਕਿਰਿਆਵਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮਨੁੱਖੀ ਸਮੁਦਾਇ ਦੇ ਵਿੱਚ ਸਿਹਤ ਅਤੇ ਰੋਗ ਇੱਕ ਜਟਿਲ ਸਮੱਸਿਆ ਕਿ ਆਪਾਂ ਨੂੰ ਸਿਹਤ ਅਤੇ ਰੋਗ ਹੁੰਦੇ ਰਹਿੰਦੇ ਆ, ਜਿਨ੍ਹਾਂ ਦੇ ਕਰਕੇ ਉਹਨਾਂ ਦੇ ਮੇਨ ਰੀਜ਼ਨ ਕੀ ਨੇ, ਕਿਉਂ ਹੁੰਦੇ ਆ, ਆਪਾਂ ਉਹਨਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ, ਕਿਵੇਂ ਘੱਟ ਕਰ ਸਕਦੇ ਹਾਂ, ਇਹ ਸਾਰਾ ਕੁਝ ਆਪਣਾ ਇਸ ਚੈਪਟਰ ਦੇ ਵਿੱਚ ਹੀ ਆਉਂਦਾ ਹੈ। ਹੁਣ ਕਈ ਵਾਰੀ ਆਪਾਂ ਅਨੁਭਵ ਕਰਦੇ ਹਾਂ ਕਿ ਸਿਹਤ ਅਤੇ ਰੋਗ ਦਾ ਅਰਥ ਆਪਣੇ ਆਪ ਦੇ ਵਿੱਚ ਹੀ ਬਹੁਤ ਜਟਿਲ ਹੈ, ਮਤਲਬ ਕੰਪਲੀਕੇਟਡ ਆ, ਆਸਾਨ ਨਹੀਂ ਹੈਗਾ। ਤਾਂ ਅਸੀਂ ਪੁੱਛਦੇ ਹਾਂ ਕਿ ਬਿਮਾਰੀਆਂ ਦੇ ਕਾਰਨ ਕੀ ਆ, ਇਹਨਾਂ ਦੀ ਰੋਕਥਾਮ ਕਿਵੇਂ ਹੋ ਸਕਦੀ ਆ। ਆਪਾਂ ਨੂੰ ਹੁਣ ਇਹ ਚੀਜ਼ ਪਤਾ ਹੈ, ਆਪਾਂ 6ਵਾਂ ਚੈਪਟਰ ਕੀਤਾ ਜਾਂ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਵੀ ਪੜ੍ਹ ਕੇ ਆਉਂਦਾ ਹੈ ਕਿ ਸੈੱਲ ਕੀ ਹੁੰਦਾ। ਸੈੱਲ ਆਪਣੇ ਸਰੀਰ ਦੀ ਸਭ ਤੋਂ ਜਿਹੜੀ ਛੋਟੀ ਇਕਾਈ ਆ, ਉਸ ਨੂੰ ਆਪਾਂ ਕੀ ਕਹਿੰਦੇ ਆ, ਸੈੱਲ। ਸੈੱਲ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥਾਂ ਕਿ ਸੈੱਲ ਕਿਹਨਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਰਸਾਇਣਿਕ ਪਦਾਰਥ ਹੁੰਦੇ ਨੇ, ਜਿਵੇਂ ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਅਤੇ ਲਿਪਿਡ। ਭਾਵੇਂ ਆਪਾਂ ਨੂੰ ਜਦੋਂ ਡਾਇਗਰਾਮ ਦੇ ਵਿੱਚ ਆਪਾਂ ਇਹਨਾਂ ਨੂੰ ਸ਼ੋਅ ਕਰੀਏ ਕਿ ਪ੍ਰੋਟੀਨ, ਕਾਰਬੋਹਾਈਡਰੇਟ, ਲਿਪਿਡ ਨੇ, ਉਹ ਕਿ ਇੱਕ ਜਗ੍ਹਾ ਦੇ ਉੱਪਰ ਹੀ ਆਪਾਂ ਨੂੰ ਮਹਿਸੂਸ ਹੁੰਦੇ ਆ, ਪ੍ਰਤੀਤ ਹੁੰਦੇ ਨੇ ਕਿ ਇੱਕ ਜਗ੍ਹਾ ਦੇ ਉੱਪਰ ਖੜ੍ਹੇ ਨੇ, ਸਥਿਰ ਨੇ, ਪਰ ਉਹ ਕਿ ਕਿਰਿਆਸ਼ੀਲ ਹੁੰਦੇ ਅਤੇ ਹਰ ਸਮੇਂ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਪ੍ਰਕਿਰਿਆਵਾਂ ਚੱਲਦੀਆਂ ਰਹਿੰਦੀਆਂ ਨੇ। ਸੈੱਲ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਗਤੀ ਕਰਦੇ ਆ, ਫਿਕਸ ਨਹੀਂ ਰਹਿੰਦੇ। ਬਟ ਕੁਛ ਸੈੱਲ ਇੱਦਾਂ ਦੇ ਵੀ ਆ ਜਿਹੜੇ ਗਤੀ ਨਹੀਂ ਕਰਦੇ, ਮਤਲਬ ਇੱਕ ਜਗ੍ਹਾ ਦੇ ਉੱਪਰ ਹੀ ਫਿਕਸ ਰਹਿੰਦੇ ਆ। ਪਰ ਜਿਹੜੇ ਇੱਕ ਜਗ੍ਹਾ ਦੇ ਉੱਪਰ ਫਿਕਸ ਦਿੱਤੇ ਹੋਏ ਆ, ਤਾਂ ਵੀ ਉਹਨਾਂ ਦੇ ਵਿੱਚ ਕੁਝ ਨਾ ਕੁਝ ਮੁਰੰਮਤ ਦਾ ਕੰਮ ਚੱਲਦਾ ਰਹਿੰਦਾ। ਨਵੇਂ ਸੈੱਲ ਬਣਦੇ ਰਹਿੰਦੇ ਆ ਅਤੇ ਜਿਹੜੇ ਆਪਣੇ ਅੰਗ ਅਤੇ ਟਿਸ਼ੂ ਆ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਨੇ। ਜਿਵੇਂ ਹਮੇਸ਼ਾ ਹੀ ਆਪਣਾ ਦਿਲ ਧੜਕਦਾ ਹੀ ਰਹਿੰਦਾ, ਇਹ ਨਹੀਂ ਹੋਊਗਾ ਕਿ ਆਪਣਾ ਦਿਲ ਥੋੜ੍ਹੇ ਟਾਈਮ ਦੇ ਲਈ ਵੀ ਧੜਕਣਾ ਬੰਦ ਕਰ ਦੇ। ਜੇ ਥੋੜ੍ਹੇ ਟਾਈਮ ਦੇ ਲਈ ਵੀ ਦਿਲ ਧੜਕਣਾ ਬੰਦ ਕਰ ਦੂਗਾ ਜਾਂ ਫੇਫੜੇ ਸਾਹ ਲੈਣਾ ਬੰਦ ਕਰ ਦੇਣਗੇ, ਤਾਂ ਆਪਣਾ ਜਿਉਣਾ ਔਖਾ ਹੋ ਜਾਊਗਾ। ਅਤੇ ਹਰ ਟਾਈਮ ਹੀ ਆਪਣਾ ਦਿਮਾਗ ਸੋਚਦਾ ਰਹਿੰਦਾ ਹੈ। ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਸਾਰੀਆਂ ਹੀ ਇੱਕ ਦੂਜੇ ਦੇ ਨਾਲ ਸੰਬੰਧਿਤ ਆ। ਹੁਣ ਜੇ ਆਪਣੇ ਗੁਰਦੇ ਆ ਜਿਹੜੇ ਸਹੀ ਢੰਗ ਨਾਲ ਜੇ ਕੰਮ ਨਹੀਂ ਕਰਨਗੇ, ਤਾਂ ਆਪਣੇ ਕੋਲ ਕੀ ਆ, ਆਪਣੇ ਸਰੀਰ ਦੇ ਅੰਦਰ ਯੂਰੀਨ ਸਹੀ ਨਹੀਂ ਬਣੂਗਾ, ਮਤਲਬ ਮੂਤਰ ਸਹੀ ਨਹੀਂ ਬਣ ਸਕਦਾ। ਹੁਣ ਜੇ ਆਪਣਾ ਯੂਰੀਨ ਸਰੀਰ ਤੋਂ ਬਾਹਰ ਨਹੀਂ ਨਿਕਲੂਗਾ, ਤਾਂ ਆਪਣੇ ਸਰੀਰ ਦੇ ਅੰਦਰ ਜਿੰਨੇ ਵੀ ਜ਼ਹਿਰੀਲੇ ਅੰਸ਼ ਨੇ ਉਹ ਸਾਰੇ ਇੱਕ ਜਗ੍ਹਾ ਦੇ ਉੱਪਰ ਆਪਣੇ ਕੋਲ ਇਕੱਠੇ ਹੋ ਜਾਣਗੇ ਅਤੇ ਦਿਮਾਗ ਸਹੀ ਤਰ੍ਹਾਂ ਫਿਰ ਸੋਚ ਨਹੀਂ ਸਕਦਾ। ਇਸ ਕਰਕੇ ਇਹਨਾਂ ਸਾਰੀਆਂ ਕਿਰਿਆਵਾਂ ਨੂੰ ਕਰਨ ਦੇ ਲਈ ਊਰਜਾ ਅਤੇ ਕੱਚੇ ਮਾਲ ਦੀ ਆਪਾਂ ਨੂੰ ਲੋੜ ਪੈਂਦੀ ਹੈ ਕਿ ਇਹਨਾਂ ਕੰਮਾਂ ਨੂੰ ਵੀ ਆਪਾਂ ਤਾਂ ਹੀ ਕਰ ਸਕਦੇ ਹਾਂ ਜੇ ਆਪਣੇ ਕੋਲ ਊਰਜਾ ਹੋਊਗੀ। ਤਾਂ ਇਹ ਕੱਚਾ ਮਾਲ ਆਪਾਂ ਨੂੰ ਕਿੱਥੋਂ ਮਿਲਦਾ ਹੈ? ਬਾਹਰੋਂ ਵਾਤਾਵਰਨ ਤੋਂ ਮਿਲਦਾ ਹੈ। ਸੈੱਲਾਂ ਅਤੇ ਟਿਸ਼ੂਆਂ ਨੂੰ ਕੰਮ ਕਰਨ ਦੇ ਲਈ ਭੋਜਨ ਦੀ ਲੋੜ ਹੁੰਦੀ ਹੈ। ਜੋ ਵੀ ਭੋਜਨ ਆਪਾਂ ਖਾਂਦੇ ਹਾਂ, ਉਸੇ ਭੋਜਨ ਤੋਂ ਹੀ ਆਪਾਂ ਨੂੰ ਜਿਹੜੀ ਊਰਜਾ ਮਿਲਦੀ ਆ। ਉਹ ਊਰਜਾ ਆਪਾਂ ਕਿੱਥੇ ਵਰਤਦੇ ਹਾਂ? ਸੈੱਲਾਂ ਅਤੇ ਟਿਸ਼ੂਆਂ ਦੇ ਕੰਮ ਕਰਨ ਦੇ ਵਿੱਚ। ਤਾਂ ਜਿਹੜਾ ਵੀ ਕਾਰਕ ਜਿਹੜਾ ਆਪਣੇ ਸੈੱਲਾਂ ਅਤੇ ਟਿਸ਼ੂਆਂ ਨੂੰ ਸਹੀ ਢੰਗ ਨਾਲ ਕੰਮ ਨਹੀਂ ਕਰਨ ਦਿੰਦਾ, ਉਹਨਾਂ ਨੂੰ ਰੋਕਦਾ ਏ, ਉਹ ਆਪਣੇ ਸਰੀਰ ਦੀ ਸਾਰੀ ਕਿਰਿਆ ਦੇ ਲਈ ਕਮੀ ਦਾ ਕਾਰਨ ਹੁੰਦਾ। ਹੁਣ ਨੈਕਸਟ ਆਪਣੇ ਕੋਲ ਸਿਹਤ ਅਤੇ ਇਸ ਦੇ ਵਿਗਾੜ ਕਿ ਸਿਹਤ ਸ਼ਬਦ ਕੀ ਆ। ਹੁਣ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਾਂ ਖੁਦ ਗੱਲ ਕਰਦੇ ਹਾਂ ਜੇ ਕਿਸੇ ਨਾਲ ਵੀ ਮੇਰਾ ਸਿਰ ਦਰਦ ਕਰ ਰਿਹਾ, ਮੇਰੀ ਸਿਹਤ ਠੀਕ ਨਹੀਂ ਹੈਗੀ, ਜਾਂ ਆਪਾਂ ਆਪਣੇ ਘਰਦਿਆਂ ਦੀ ਗੱਲ ਕਰਦੇ ਹਾਂ ਕਿ ਵੀ ਆਪਣੀ ਦਾਦੀ ਆ ਜਾਂ ਕਿਸੇ ਵੀ ਹੋਰ ਦੀ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਕਿ ਉਹ ਠੀਕ ਨਹੀਂ ਹੈਗੇ, ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਤਾਂ ਹੁਣ ਇਹਨਾਂ ਦਾ ਮਤਲਬ ਕੀ ਹੋ ਜਾਂਦਾ ਹੈ? ਸਿਹਤ ਦਾ ਮਤਲਬ ਆਪਣੇ ਕੋਲ ਕੀ ਆ? ਜੇ ਆਪਾਂ ਖੁਸ਼ ਰਹਿਣਾ ਚਾਹੁੰਦੇ ਹਾਂ, ਸਿਹਤ ਹੁੰਦੀ ਹੈ ਕਿ ਆਪਾਂ ਤੰਦਰੁਸਤ, ਆਪਾਂ ਨੂੰ ਕੋਈ ਰੋਗ ਨਹੀਂ ਹੈਗਾ। ਤਾਂ ਤੰਦਰੁਸਤੀ ਦਾ ਭਾਵ ਕੀ ਹੁੰਦਾ ਕਿ ਜਿਹੜੇ ਆਪਾਂ ਕੰਮ ਕਰ ਰਹੇ ਹਾਂ, ਪ੍ਰਭਾਵੀ ਕਾਰਜ ਕਰ ਸਕਣ ਦੀ ਸਮਰੱਥਾ ਤੋਂ। ਐਗਜ਼ਾਮਪਲ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਦਾਦੀ ਮਾਂ ਜੋ ਬਾਹਰ ਬਾਜ਼ਾਰ ਦੇ ਵਿੱਚ ਜਾਂਦੇ ਆ ਜਾਂ ਆਂਢ ਗੁਆਂਢ ਦੇ ਵਿੱਚ ਜਾਂਦੇ ਆ, ਤਾਂ ਉਹ ਕੀ ਕਹਿੰਦੇ ਨੇ, ਆਪਣੀ ਚੰਗੀ ਸਿਹਤ ਆ ਉਹਨਾਂ ਦੀ ਕਿ ਉਹ ਕੁਝ ਵੀ ਕਰ ਸਕਦੇ। ਬਟ ਜੇ ਉਹ ਕੋਈ ਵੀ ਕੰਮ ਨਹੀਂ ਕਰ ਸਕਦੇ ਤਾਂ ਉਹਦੀ ਸਿਹਤ ਠੀਕ ਨਹੀਂ ਹੈਗੀ। ਨੈਕਸਟ ਹੈ ਵਿਅਕਤੀਗਤ ਅਤੇ ਸਮੁਦਾਇਕ ਸਮੱਸਿਆਵਾਂ, ਦੋਨੋਂ ਹੀ ਸਿਹਤ ਨੂੰ ਪ੍ਰਭਾਵਿਤ ਕਰਦੇ ਆ। ਸਿਹਤ ਕਿਸੇ ਵੀ ਵਿਅਕਤੀ ਦੀ ਜਿਹੜੀ ਸਰੀਰਕ ਆ, ਮਾਨਸਿਕ ਕਿ ਆਪਾਂ ਦਿਮਾਗੀ ਤੌਰ 'ਤੇ ਕੀ ਸੋਚ ਰਹੇ ਹਾਂ, ਅਤੇ ਸਮਾਜਿਕ ਸਮਰੱਥਾ ਜਿਹੜੀ ਜਗ੍ਹਾ ਦੇ ਉੱਪਰ ਆਪਾਂ ਰਹਿ ਰਹੇ ਹਾਂ, ਆਪਣੇ ਆਲੇ ਦੁਆਲੇ ਲੋਕਾਂ ਦੇ ਨਾਲ ਆਪਣਾ ਕਿਵੇਂ ਦਾ ਸੁਭਾਅ ਹੈ, ਆਪਣੇ ਕੋਲ ਕਿਵੇਂ ਗੱਲਬਾਤ ਕਰਦੇ ਹਾਂ, ਕਿਵੇਂ ਟਰੀਟ ਕਰ ਰਹੇ ਹਾਂ। ਤਾਂ ਕੋਈ ਵੀ ਵਿਅਕਤੀ ਇਸ ਨੂੰ ਇਕੱਲੇ ਰੂਪ ਦੇ ਵਿੱਚ ਪ੍ਰਾਪਤ ਨਹੀਂ ਕਰ ਸਕਦਾ। ਸਾਰੇ ਜੀਵਾਂ ਦੀ ਸਿਹਤ ਹੈ ਜਿਹੜੀ ਉਹ ਕਿਹਨਾਂ ਦੇ ਉੱਪਰ ਨਿਰਭਰ ਕਰਦੀ ਹੈ? ਆਪਣੇ ਆਲੇ ਦੁਆਲੇ ਦੇ ਉੱਪਰ ਅਤੇ ਵਾਤਾਵਰਨ ਦੇ ਉੱਪਰ। ਤਾਂ ਵਾਤਾਵਰਨ ਦੇ ਵਿੱਚ ਕਿਹੜੇ ਕਾਰਕ ਆਉਂਦੇ ਨੇ? ਭੌਤਿਕ ਕਾਰਕ ਵੀ ਆਉਂਦੇ ਆ। ਹੁਣ ਜੇ ਆਪਾਂ ਚੱਕਰਵਾਤ ਦੀ ਗੱਲ ਕਰੀਏ ਤਾਂ ਸਾਡੀ ਸਿਹਤ ਅਨੇਕਾਂ ਤਰੀਕਿਆਂ ਦੇ ਨਾਲ ਪ੍ਰਭਾਵਿਤ ਹੁੰਦੀ ਹੈ। ਪਰ ਇਹਦੇ ਤੋਂ ਮਹੱਤਵਪੂਰਨ ਕੀ ਹੈ ਕਿ ਮਨੁੱਖ ਜਿਹੜੇ ਸਮਾਜ ਦੇ ਵਿੱਚ ਰਹਿ ਰਿਹਾ, ਉੱਥੇ ਉਸਦਾ ਸਮਾਜਿਕ ਵਾਤਾਵਰਨ ਨਿੱਜੀ ਸਿਹਤ ਲਈ ਜ਼ਿਆਦਾ ਜ਼ਰੂਰੀ ਆ। ਕਿ ਹੁਣ ਜੇ ਆਪਾਂ ਪਿੰਡਾਂ ਵਿੱਚ ਰਹਿ ਰਹੇ ਹਾਂ, ਸ਼ਹਿਰਾਂ ਦੇ ਵਿੱਚ ਰਹਿ ਰਹੇ ਹਾਂ, ਆਪਣੇ ਆਲੇ ਦੁਆਲੇ ਕਿੰਨੀ ਕੁ ਗੰਦਗੀ ਆ, ਜਿਹੜੇ ਆਪਣੇ ਆਲੇ ਦੁਆਲੇ ਲੋਕ ਰਹਿੰਦੇ ਆ
ਉਹਨਾਂ ਦਾ ਵਰਤਾਰਾ ਕਿਵੇਂ ਦਾ ਆਪਣੇ ਨਾਲ, ਉਹ ਆਪਾਂ ਨੂੰ ਬੁਲਾ ਰਹੇ ਆ ਜਾਂ ਨਹੀਂ ਬੁਲਾ ਰਹੇ। ਤਾਂ ਇਹੋ ਜਿਹੀਆਂ ਥਾਵਾਂ ਦੇ ਉੱਪਰ ਸਾਡਾ ਭੌਤਿਕ ਵਾਤਾਵਰਨ ਵੀ ਸਮਾਜਿਕ ਵਾਤਾਵਰਨ ਦੁਆਰਾ ਨਿਰਧਾਰਿਤ ਹੁੰਦਾ। ਹੁਣ ਜੇ ਆਪਾਂ ਸੋਚੀਏ ਕਿ ਜੇ ਕੂੜਾ ਕਰਕਟ ਜਿਹੜੇ ਉਠਾਉਂਦੇ ਨੇ ਤਾਂ ਉਹ ਏਜੰਸੀਜ਼ ਜੇ ਕਚਰਾ ਕੂੜਾ ਕਰਕਟ ਨਾ ਚੱਕਣ ਤਾਂ ਕੀ ਹੋਊਗਾ, ਨਾਲੀਆਂ ਸਾਫ਼ ਨਹੀਂ ਹੁੰਦੀਆਂ ਤਾਂ ਕੀ ਹੋਊਗਾ, ਤਾਂ ਉਹ ਸਾਰਾ ਕੂੜਾ ਕਿ ਇੱਕੋ ਜਗ੍ਹਾ ਦੇ ਉੱਪਰ ਇਕੱਠਾ ਹੋ ਜਾਊਗਾ ਅਤੇ ਪਾਣੀ ਖੜਨ ਲੱਗ ਜਾਂਦਾ, ਤਾਂ ਆਪਣੀ ਸਿਹਤ ਠੀਕ ਨਹੀਂ ਰਹਿੰਦੀ, ਆਪਾਂ ਬਿਮਾਰ ਹੋਣਾ ਸ਼ੁਰੂ ਕਰ ਦਿੰਦੇ, ਤਾਂ ਆਪਣੀ ਸਿਹਤ ਖਰਾਬ ਹੋ ਜਾਊਗੀ, ਸੰਭਾਵਨਾ ਵੱਧ ਜਾਣੀ ਆਪਣੀਆਂ ਬਿਮਾਰੀਆਂ ਦੀ, ਆਪਾਂ ਨੂੰ ਰੋਗ ਜ਼ਿਆਦਾ ਲੱਗਣਗੇ। ਤਾਂ ਚੰਗੀ ਸਿਹਤ ਲਈ ਆਪਾਂ ਨੂੰ ਭੋਜਨ ਦੀ ਲੋੜ ਪੈਂਦੀ ਹੈ, ਅਤੇ ਇਸੇ ਲਈ ਭੋਜਨ ਨੂੰ ਜੇ ਆਪਾਂ ਪ੍ਰਾਪਤ ਕਰਨਾ ਆਪਾਂ ਨੂੰ ਕੰਮ ਕਰਨਾ ਪੈਂਦਾ। ਅਤੇ ਚੰਗਾ ਕੰਮ ਕਰਨ ਲਈ ਚੰਗੀ ਵਿਅਕਤੀਗਤ ਸਿਹਤ, ਕਿ ਜੇ ਆਪਾਂ ਚੰਗਾ ਕੰਮ ਕਰਾਂਗੇ ਉਹ ਕਿਵੇਂ ਹੋਊਗਾ, ਜੇ ਆਪਣੀ ਸਿਹਤ ਠੀਕ ਆ। ਇਸੇ ਲਈ ਚੰਗੀ ਸਿਹਤ ਸਾਰੇ ਕੰਮਾਂ ਦੇ ਲਈ ਜ਼ਰੂਰੀ ਆ। ਜੇ ਚੰਗੀ ਸਿਹਤ ਹੋਊਗੀ ਤਾਂ ਹੀ ਆਪਾਂ ਚੰਗਾ ਕੰਮ ਕਰ ਸਕਦੇ ਹਾਂ, ਅਤੇ ਚੰਗਾ ਕੰਮ ਕਰਨ ਦੇ ਲਈ ਆਪਾਂ ਨੂੰ ਚੰਗੀ ਸਿਹਤ ਦੇ ਨਾਲ ਚੰਗਾ ਭੋਜਨ ਵੀ ਚਾਹੀਦਾ ਹੈ। ਸਿਹਤਮੰਦ ਰਹਿਣ ਲਈ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈ। ਜੇ ਹੁਣ ਆਪਾਂ ਕਿਸੇ ਦੇ ਨਾਲ ਲੜਦੇ ਰਹਿੰਦੇ ਹਾਂ, ਖੁਸ਼ ਨਹੀਂ ਰਹਿੰਦੇ, ਤਾਂ ਆਪਾਂ ਸਿਹਤਮੰਦ ਵੀ ਨਹੀਂ ਰਹਿ ਸਕਦੇ। ਇਸੇ ਕਰਕੇ ਨਿੱਜੀ ਸਿਹਤ ਦੇ ਲਈ ਸਮਾਜਿਕ ਬਰਾਬਰਤਾ, ਕਿ ਆਪਾਂ ਨੂੰ ਕੋਈ ਵੱਧ ਘੱਟ ਕੁਛ ਨਹੀਂ ਕਹਿ ਸਕਦਾ ਕਿ ਆਪਾਂ ਇਸ ਕੰਮ ਦੇ ਯੋਗ ਨਹੀਂ ਹੈਗੇ, ਜਾਂ ਤੁਹਾਡੇ ਕੋਲ ਆਹ ਚੀਜ਼ ਨਹੀਂ ਹੈਗੀ, ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਆਪਾਂ ਨੂੰ ਸਾਰਿਆਂ ਦੇ ਨਾਲ ਬਰਾਬਰ ਰੱਖਣਾ ਚਾਹੀਦਾ, ਊਚ ਨੀਚ ਨਹੀਂ ਹੋਣੀ ਚਾਹੀਦੀ, ਅਤੇ ਆਪਸੀ ਸਾਂਝ ਵੀ ਜ਼ਰੂਰੀ ਆ। ਇਸ ਕਰਕੇ ਅਨੇਕ ਸਮੁਦਾਇਕ ਸਮੱਸਿਆ ਸਾਡੀ ਨਿੱਜੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ, ਆਪਾਂ ਇਹਨਾਂ ਦਾ ਨੋਟ ਕਰ ਸਕਦੇ ਹਾਂ। ਨੈਕਸਟ ਹੁਣ ਆਪਣੇ ਕੋਲ ਹੈ ਸਿਹਤਮੰਦ ਰਹਿਣ ਅਤੇ ਰੋਗ ਮੁਕਤ ਹੋਣ ਦੇ ਵਿੱਚ ਅੰਤਰ। ਸਿਹਤ ਦਾ ਮਤਲਬ ਇਹ ਆਪਾਂ ਦੇਖਦੇ ਹਾਂ ਕਿ ਆਪਾਂ ਮੋਸਟਲੀ ਕਹਿ ਦਿੰਦੇ ਹਾਂ ਕਿ ਚੰਗੀ ਸਿਹਤ ਦਾ ਮਤਲਬ ਆਪਾਂ ਨੂੰ ਰੋਗ ਕੋਈ ਵੀ ਹੈ ਨਹੀਂ ਗਾ, ਬਟ ਜੇ ਹੁਣ ਆਪਾਂ ਡਿਜ਼ੀਜ਼ ਦਾ ਮਤਲਬ ਦੇਖੀਏ ਤਾਂ ਇਹਦਾ ਮਤਲਬ ਕੀ ਆ, ਬੇਚੈਨੀ ਵਾਲਾ ਆਰਾਮ, ਕਿ ਆਪਾਂ ਆਰਾਮ ਤਾਂ ਕਰ ਰਹੇ ਹਾਂ ਬਟ ਆਪਾਂ ਬੇਚੈਨ ਜ਼ਿਆਦਾ ਹੋ ਰਹੇ, ਕੁਛ ਨਾ ਕੁਛ ਸੋਚੀ ਜਾ ਰਹੇ ਹਾਂ। ਤਾਂ ਰੋਗ ਦਾ ਦੂਜਾ ਅਰਥ ਆਪਣੇ ਕੋਲ ਕੀ ਆ, ਬੇਆਰਾਮੀ ਜਾਂ ਅਸੁਵਿਧਾਜਨਕ, ਕਿ ਆਪਾਂ ਠੀਕ ਮਹਿਸੂਸ ਨਹੀਂ ਕਰਦੇ। ਪਰ ਇਸ ਸ਼ਬਦ ਦੀ ਵਰਤੋਂ ਕਿ ਅੱਜ ਕੱਲ੍ਹ ਆਪਾਂ ਜ਼ਿਆਦਾ ਸੀਮਤ ਰੱਖੀ ਹੋਈ ਹੈ, ਜ਼ਿਆਦਾ ਯੂਜ਼ ਨਹੀਂ ਕਰਦੇ। ਹੁਣ ਆਪਾਂ ਦੇਖੀਏ ਕਿ ਰੋਗ ਆਪਾਂ ਕਦੋਂ ਕਹਿੰਦੇ ਕਿ ਹੋ ਗਿਆ, ਕਿ ਆਪਾਂ ਨੂੰ ਬੇਆਰਾਮੀ ਹੋ ਗਈ ਜਾਂ ਅਸੁਵਿਧਾ, ਤਾਂ ਇਹਦਾ ਆਪਾਂ ਨੂੰ ਕਾਰਨ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਕਿਉਂ ਹੋ ਰਿਹਾ। ਹੁਣ ਇਹਦੇ ਵਿੱਚ ਆਪਾਂ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਜੇ ਕਿਸੇ ਵੀ ਵਿਅਕਤੀ ਨੂੰ ਦਸਤ ਲੱਗਿਆ ਤਾਂ ਉਹਨੇ ਦਸਤ ਲੱਗਣ ਦਾ ਕਾਰਨ ਪਤਾ ਹੋਣਾ ਚਾਹੀਦਾ। ਜੇ ਕੋਈ ਵੀ ਇੱਕ ਖਾਸ ਰੋਗ ਹੋ ਰਿਹਾ ਤਾਂ ਉਹ ਕਿਉਂ ਹੋ ਰਿਹਾ, ਕਿਉਂਕਿ ਉਹਦੀ ਮਾੜੀ ਸਿਹਤ ਸੀਗੀ। ਜੇ ਕਿਸੇ ਰੋਗ ਦਾ ਕਿਸੇ ਵੀ ਵਿਅਕਤੀ ਨੂੰ ਕੋਈ ਰੋਗ ਨਹੀਂ ਲੱਗਿਆ ਹੋਇਆ ਤਾਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸਿਹਤਮੰਦ ਆ। ਮਤਲਬ ਜੇ ਕਿਸੇ ਰੋਗ ਦਾ ਪ੍ਰਭਾਵ ਕੋਈ ਨਹੀਂ ਪਿਆ, ਕੋਈ ਰੋਗ ਨਹੀਂ ਲੱਗਿਆ ਸੀ, ਤਾਂ ਉਹ ਸਿਹਤਮੰਦ ਨਹੀਂ ਹੈ। ਬਟ ਆਪਾਂ ਕਹਿ ਦਿੰਦੇ ਕਿ ਆਪਾਂ ਸਿਹਤਮੰਦ ਆ ਕਿਉਂਕਿ ਸਾਨੂੰ ਕੋਈ ਰੋਗ ਨਹੀਂ ਹੈਗਾ, ਇੱਦਾਂ ਨਹੀਂ ਹੁੰਦਾ। ਹੁਣ ਇਹਦੇ ਵਿੱਚ ਤੁਸੀਂ ਐਗਜ਼ਾਮਪਲ ਦੇਖ ਸਕਦੇ ਕਿ ਕੋਈ ਡਾਂਸਰ ਆ, ਜੇ ਉਹਨੂੰ ਚੰਗੀ ਸਿਹਤ ਆ ਤਾਂ ਉਹ ਤੋਂ ਕੀ ਆ, ਚੰਗੇ ਢੰਗ ਦੇ ਨਾਲ ਸਰੀਰ ਦੇ ਵਿੱਚ ਹਿਲਜੁਲ ਅਤੇ ਹਰਕਤ ਪੈਦਾ ਕਰਦੀ ਹੈ। ਜੇ ਕੋਈ ਗਾਉਣ ਵਾਲਾ ਹੈ ਤਾਂ ਉਹਨੇ ਕੀ ਕਰਨਾ, ਲੰਬਾ ਸਾਹ ਲੈ ਕੇ ਆਪਣੀ ਬੰਸਰੀ ਦੀ ਧੁਨ ਨੂੰ ਲੈਅਬੱਧ ਕਰ ਸਕਣ ਦੀ ਸਮਰੱਥਾ ਹੁੰਦੀ, ਕਿ ਜਿਹੜਾ ਵੀ ਕੰਮ ਆਪਾਂ ਕਰ ਰਹੇ ਹਾਂ, ਚਾਹੇ ਕੋਈ ਡਾਂਸਰ ਆ, ਚਾਹੇ ਕੋਈ ਸਿੰਗਰ ਆ, ਜਾਂ ਆਪਾਂ ਕੋਈ ਐਥਲੈਟਿਕ ਦੇ ਵਿੱਚ ਦੇਖਦੇ ਹਾਂ ਕੋਈ ਐਥਲੀਟ ਭੱਜ ਰਿਹਾ, ਤਾਂ ਉਹਨੇ ਆਪਣੇ ਕੰਮ ਦੇ ਨਾਲ ਹੀ ਆਪਣੇ ਆਪ ਨੂੰ ਜੱਜ ਕਰਨਾ ਹੈ ਵੀ ਮੇਰਾ ਆਹ ਕੰਮ ਠੀਕ ਢੰਗ ਦੇ ਨਾਲ ਹੋ ਰਿਹਾ ਤਾਂ ਮੈਂ ਠੀਕ ਹਾਂ, ਮੈਨੂੰ ਕੋਈ ਰੋਗ ਨਹੀਂ ਹੈਗਾ। ਬਿਨਾਂ ਕਿਸੇ ਰੋਗ ਦੇ ਲੱਛਣਾਂ ਦੇ ਵੀ ਆਪਾਂ ਮਾੜੀ ਸਿਹਤ ਦਾ ਸ਼ਿਕਾਰ ਹੋ ਜਾਂਦੇ ਹਾਂ। ਤਾਂ ਹੁਣ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੀ ਹੁੰਦਾ ਰੋਗ ਅਤੇ ਇਸ ਦੇ ਕਾਰਨ, ਕਿ ਰੋਗ ਕਿਸ ਤਰ੍ਹਾਂ ਨਜ਼ਰ ਆਉਂਦੇ ਆ। ਪਹਿਲਾਂ ਆਪਾਂ ਕਹਿ ਦਿੰਦੇ ਕਿ ਆਪਾਂ ਨੂੰ ਕੋਈ ਵੀ ਰੋਗ ਨਹੀਂ ਹੈਗਾ, ਪਰ ਥੋੜ੍ਹੇ ਟਾਈਮ ਬਾਅਦ ਆਪਾਂ ਨੂੰ ਫਿਰ ਨੋਟ ਕਰਦੇ ਹਾਂ ਕਿ ਆਪਾਂ ਨੂੰ ਆਹ ਚੀਜ਼ ਇਸ ਤਰ੍ਹਾਂ ਹੋ ਰਹੀ ਹੈ ਅਤੇ ਆਹ ਚੀਜ਼ ਆਹ ਲੱਛਣ ਸਾਡੇ ਸਰੀਰ ਦੇ ਵਿੱਚ ਦਿਖਾਈ ਦੇ ਰਹੇ ਆ। ਸਭ ਤੋਂ ਛੋਟੀ ਇਕਾਈ ਆਪਣੇ ਸਰੀਰ ਦੇ ਅੰਦਰ ਕੀ ਆ, ਸੈੱਲ। ਸੈੱਲਾਂ ਤੋਂ ਮਿਲ ਕੇ ਕੀ ਬਣਦਾ, ਇਹ ਟਿਸ਼ੂ। ਅਤੇ ਇਹ ਟਿਸ਼ੂ ਕੀ ਕੰਮ ਕਰਦੇ ਨੇ, ਕਿ ਜਿਹੜੀਆਂ ਆਪਣੇ ਸਰੀਰ ਦੀਆਂ ਅੰਗ ਪ੍ਰਣਾਲੀਆਂ ਜਾਂ ਕਿਰਿਆਤਮਕ ਪ੍ਰਣਾਲੀਆਂ ਜਿਹੜੀਆਂ ਕੰਮ ਕਰਦੀਆਂ, ਕਿਰਿਆ ਕਰਦੀਆਂ ਨੇ, ਉਹਨਾਂ ਨੂੰ ਬਣਾਉਂਦੀਆਂ ਅਤੇ ਆਪਣੇ ਸਰੀਰ ਦੇ ਸਾਰੇ ਕੰਮ ਕੀ ਆ ਖਤਮ ਕਰਦੀਆਂ, ਨੇਪਰੇ ਚਾੜ੍ਹਦੀਆਂ ਨੇ। ਹਰੇਕ ਅੰਗ ਪ੍ਰਣਾਲੀ ਦੇ ਵਿੱਚ ਹਰੇਕ ਅੰਗ ਦਾ ਜਿਹੜਾ ਕੋਈ ਵਿਸ਼ੇਸ਼ ਅੰਗ ਦਿੱਤਾ ਉਹਦਾ ਅਲੱਗ ਅਲੱਗ ਕੰਮ ਆ। ਇਹ ਨਹੀਂ ਹੈਗਾ ਕਿ ਇੱਕ ਅੰਗ ਸਾਰੇ ਹੀ ਕੰਮ ਕਰ ਰਿਹਾ। ਹੁਣ ਜੇ ਆਪਣੀ ਪਾਚਨ ਪ੍ਰਣਾਲੀ ਆ ਤਾਂ ਉਹਦੇ ਵਿੱਚ ਮੇਦਾ ਅਤੇ ਆਂਤੜੀਆਂ ਨੇ, ਉਹਨਾਂ ਦਾ ਕੀ ਕੰਮ ਆ, ਭੋਜਨ ਨੂੰ ਹਜ਼ਮ ਕਰਾਉਣਾ, ਪਚਾਉਣਾ। ਜਿਹੜਾ ਆਪਣਾ ਹੱਡੀ ਪਿੰਜਰ, ਕਿ ਹੁਣ ਆਪਾਂ ਪੇਸ਼ੀਆਂ ਅਤੇ ਹੱਡੀਆਂ ਤੋਂ ਬਣੀ ਪੇਸ਼ੀ ਪਿੰਜਰ ਪ੍ਰਣਾਲੀ, ਉਹ ਆਪਣੇ ਸਰੀਰ ਦੇ ਅੰਗਾਂ ਨੂੰ ਕੀ ਆ, ਸਾਰਿਆਂ ਨੂੰ ਜੋੜ ਕੇ ਰੱਖਦੀ ਹੈ ਅਤੇ ਸਰੀਰਕ ਅੰਗਾਂ ਦੇ ਵਿੱਚ ਹਿਲਜੁਲ ਪੈਦਾ ਕਰਦੀ ਆ, ਆਪਾਂ ਉਹਨਾਂ ਨੂੰ ਹਿਲਾ ਸਕਦੇ ਹਾਂ। ਇਸੇ ਕਰਕੇ ਜਦੋਂ ਕੋਈ ਰੋਗ ਹੁੰਦਾ ਤਾਂ ਸਰੀਰ ਦੀ ਕਿਸੇ ਵੀ ਪ੍ਰਣਾਲੀ ਦੇ ਵਿੱਚ ਸੰਰਚਨਾਤਮਕ ਜਾਂ ਕਿਰਿਆਤਮਕ ਖਰਾਬੀ ਆਉਣੀ ਸ਼ੁਰੂ ਹੋ ਜਾਂਦੀ, ਅਤੇ ਇਸ ਬਿਮਾਰੀ ਦੇ ਕਾਰਨ, ਇਸ ਖਰਾਬੀ ਦੇ ਕਾਰਨ ਬਿਮਾਰੀ ਦੇ ਲੱਛਣ ਆਪਾਂ ਨੂੰ ਸ਼ੋਅ ਹੋਣ ਲੱਗ ਜਾਂਦੇ ਆ। ਅਤੇ ਇਹਨਾਂ ਲੱਛਣਾਂ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਕਿ ਆਪਣੀ ਸਿਹਤ ਖਰਾਬ ਹੋ ਚੁੱਕੀ ਆ। ਜਿਵੇਂ ਆਪਣੇ ਸਿਰ ਦਰਦ ਹੁੰਦਾ, ਖਾਂਸੀ ਹੁੰਦੀ ਆ, ਖੰਘ ਲੱਗਦੀ ਆ, ਇਹ ਸਾਰੇ ਕੀ ਨੇ, ਆਪਣੇ ਕੋਲੇ ਰੋਗ ਲੱਗਣ ਦੇ ਲੱਛਣ ਆ, ਕਿ ਰੋਗ ਆਪਣੇ ਨੂੰ ਆਹ ਰੋਗ ਹੋਇਆ। ਇਹਨਾਂ ਲੱਛਣਾਂ ਤੋਂ ਹੀ ਆਪਾਂ ਕਿਸੇ ਨਾ ਕਿਸੇ ਰੋਗ ਹੋਣ ਬਾਰੇ ਪਤਾ ਲੱਗਦਾ ਹੈ, ਪਰ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਰੋਗ ਆ।
ਕਿ ਜਿਵੇਂ ਹੁਣ ਆਪਾਂ ਨੂੰ ਸਿਰ ਦਰਦ ਤਾਂ ਹੋ ਰਿਹਾ, ਬਟ ਕਿਉਂ ਹੋ ਰਿਹਾ? ਕਿ ਆਪਣੇ ਪੇਪਰ ਸੀਗੇ ਉਹਨਾਂ ਦਾ ਡਰ ਸੀ, ਜਾਂ ਦਿਮਾਗ ਦੀਆਂ ਝਿੱਲੀਆਂ ਦੇ ਵਿੱਚ ਸੋਜ ਆਈ ਹੋਈ ਹੈ, ਜਾਂ ਹੋਰ ਵੀ ਕਾਫੀ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਵਿੱਚੋਂ ਸਿਰ ਦਰਦ ਉਹਨਾਂ ਬਿਮਾਰੀਆਂ ਦੀ ਨਿਸ਼ਾਨੀ ਹੋ ਸਕਦਾ। ਤਾਂ ਰੋਗ ਦੇ ਉਹ ਸਾਰੇ ਚਿੰਨ੍ਹ ਜਿਨ੍ਹਾਂ ਨੂੰ ਡਾਕਟਰ ਲੱਛਣਾਂ ਦੇ ਆਧਾਰ 'ਤੇ ਦੇਖਦੇ, ਕਿ ਜਦੋਂ ਤੁਸੀਂ ਦਵਾਈ ਲੈਣ ਜਾਂਦੇ ਹੋ ਤਾਂ ਡਾਕਟਰ ਕਈ ਵਾਰ ਤੁਹਾਨੂੰ ਪੁੱਛਦੇ ਨੇ ਕਿ ਤੁਹਾਨੂੰ ਦਰਦ ਹੋ ਰਿਹਾ, ਨੀਂਦ ਆ ਰਹੀ ਆ, ਕਿੰਨੀਆਂ ਬਿਮਾਰੀਆਂ ਦੀਆਂ ਚੀਜ਼ਾਂ ਪੁੱਛਦੇ। ਆਪਾਂ ਫਿਰ ਦੱਸਦੇ ਹਾਂ ਕਿ ਸਾਨੂੰ ਆਹ ਚੀਜ਼ ਨਹੀਂ ਹੈਗੀ, ਆਹ ਬਿਮਾਰੀ ਨਹੀਂ ਹੈ, ਆਹ ਬਿਮਾਰੀ ਹੈਗੀ ਆ। ਤਾਂ ਉਹ ਸਾਰੇ ਆਪਣੇ ਲੱਛਣ ਨੋਟ ਕਰਦੇ ਨੇ ਪਹਿਲਾਂ, ਤਾਂ ਫਿਰ ਹੀ ਉਹ ਅੰਦਾਜ਼ਾ ਲਗਾਉਂਦੇ ਕਿ ਆਪਾਂ ਨੂੰ ਆਹ ਬਿਮਾਰੀ ਹੋਈ ਆ। ਨੈਕਸਟ ਹੈ ਅਲਪਕਾਲੀਨ ਅਤੇ ਦੀਰਘਕਾਲੀਨ ਰੋਗ। ਜਿਹੜੇ ਰੋਗ ਆਪਾਂ ਨੂੰ ਹੁੰਦੇ ਆ ਕੁਛ ਕੁ ਕਾਰਕਾਂ 'ਤੇ ਡਿਪੈਂਡ ਕਰਦੇ ਆ, ਨਿਰਭਰ ਕਰਦੇ ਆ ਕਿ ਉਹ ਕਿੰਨਾ ਟਾਈਮ ਆਪਣੇ ਸਰੀਰ ਦੇ ਵਿੱਚ ਰਹਿ ਰਹੇ ਆ। ਅਤੇ ਕੁਝ ਰੋਗ ਹੁੰਦੇ ਨੇ ਜਿਹੜੀ ਬਹੁਤ ਜ਼ਿਆਦਾ ਥੋੜ੍ਹੀ ਦੇਰ ਲਈ ਰਹਿੰਦੇ ਆ, ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਅਲਪਕਾਲੀਨ ਰੋਗ। ਜਿਵੇਂ ਠੰਡ ਜ਼ੁਕਾਮ ਦੇ ਵਿੱਚ ਥੋੜ੍ਹੇ ਦਿਨ ਜ਼ੁਕਾਮ ਕੇ ਥੋੜ੍ਹੇ ਦਿਨ ਰਹਿ ਰਿਹਾ ਆਪਾਂ ਨੂੰ ਠੰਡ ਵਿੱਚ, ਪਰ ਦੂਜੇ ਪਾਸੇ ਕੁਝ ਰੋਗ ਇੱਦਾਂ ਦੇ ਹੁੰਦੇ ਜਿਹੜੇ ਬਹੁਤ ਜ਼ਿਆਦਾ ਟਾਈਮ ਚੱਲਦੇ, ਆਪਣੀ ਸਾਰੀ ਜੀਵਨ ਤੱਕ ਚੱਲਦੇ ਰਹਿੰਦੇ ਆ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਦੀਰਘਕਾਲੀਨ ਰੋਗ। ਤਾਂ ਇਹਨਾਂ ਦੀ ਉਦਾਹਰਨ ਕਿਹੜੀ ਆ? ਹਾਥੀ ਪੈਰ ਐਲੀਫੈਂਟੀਐਸਿਸ। ਕੁਝ ਕੁ ਖੇਤਰਾਂ ਦੇ ਵਿੱਚ ਹੀ ਇਹ ਰੋਗ ਪਾਇਆ ਜਾਂਦਾ। ਨੈਕਸਟ ਹੈ ਦੀਰਘਕਾਲੀਨ ਰੋਗ ਅਤੇ ਮੰਦੀ ਸਿਹਤ। ਅਲਪਕਾਲੀਨ ਅਤੇ ਦੀਰਘਕਾਲੀਨ ਰੋਗਾਂ ਦੇ ਆਪਣੇ ਸਰੀਰ ਦੇ ਉੱਪਰ ਕਿ ਅਲੱਗ-ਅਲੱਗ ਪ੍ਰਭਾਵ ਪੈਂਦੇ। ਕੋਈ ਵੀ ਰੋਗ ਹੋਵੇ ਉਹ ਸਾਡੇ ਸਰੀਰ ਦੇ ਜਾਂ ਕਿਸੇ ਭਾਗ 'ਚ ਰੁਕਾਵਟ ਪੈਦਾ ਕਰਦਾ, ਸਾਡੀ ਸਿਹਤ ਨੂੰ ਖਰਾਬ ਕਰ ਰਿਹਾ। ਇਸੇ ਕਰਕੇ ਠੀਕ ਸਿਹਤ ਦੇ ਵਾਸਤੇ ਸਰੀਰ ਦੇ ਜਿੰਨੇ ਵੀ ਅੰਗ ਆ ਸਾਰਿਆਂ ਦਾ ਠੀਕ ਢੰਗ ਦੇ ਨਾਲ ਕੰਮ ਕਰਨਾ ਜ਼ਰੂਰੀ ਆ। ਪਰ ਜਿਹੜੇ ਅਲਪਕਾਲੀਨ ਰੋਗ ਆ ਉਹ ਬਹੁਤ ਘੱਟ ਸਮੇਂ ਲਈ ਰਹਿੰਦਾ, ਇਸੇ ਕਰਕੇ ਉਹ ਆਪਣੀ ਸਿਹਤ ਨੂੰ ਪ੍ਰਭਾਵਿਤ ਕਰਨ ਦਾ ਸਮਾਂ ਹੀ ਨਹੀਂ ਮਿਲਦਾ, ਆਪਾਂ ਨੂੰ ਜ਼ਿਆਦਾ ਇਫੈਕਟ ਨਹੀਂ ਕਰਦਾ। ਬਟ ਜਿਹੜੇ ਦੀਰਘਕਾਲੀਨ ਰੋਗ ਆ ਉਹ ਜ਼ਿਆਦਾ ਟਾਈਮ ਦੇ ਲਈ ਆਪਣੇ ਸਰੀਰ ਦੇ ਵਿੱਚ ਰਹਿੰਦੇ ਆ, ਤਾਂ ਇਸੇ ਕਰਕੇ ਆਪਣੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੇ ਆ। ਹੁਣ ਜੇ ਆਪਾਂ ਨੂੰ ਖਾਂਸੀ ਜ਼ੁਕਾਮ ਹੋ ਜਾਵੇ ਤਾਂ ਉਹ ਆਪਾਂ ਨੂੰ ਆਮ ਤੌਰ 'ਤੇ ਹੁੰਦਾ ਹੀ ਰਹਿੰਦਾ, ਪਰ ਉਹ ਆਪਣੀ ਸਿਹਤ ਦੇ ਉੱਪਰ ਜ਼ਿਆਦਾ ਫਰਕ ਨਹੀਂ ਪਾਉਂਦਾ, ਪ੍ਰਭਾਵ ਨਹੀਂ ਪਾਉਂਦਾ। ਕੁਛ ਕੁ ਦਿਨਾਂ ਦੇ ਵਿੱਚ ਉਹ ਕੀ ਹੈ ਠੀਕ ਹੋ ਜਾਂਦਾ, ਨਾ ਆਪਣਾ ਭਾਰ ਘਟਦਾ, ਨਾ ਹੀ ਆਪਣਾ ਸਾਹ ਫੁੱਲਦਾ, ਅਤੇ ਸਾਰਾ ਦਿਨ ਆਪਾਂ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ। ਪਰ ਜੇ ਇਸੇ ਤਰ੍ਹਾਂ ਜਿਹੜੀ ਆਪਾਂ ਨੂੰ ਖਾਂਸੀ ਹੋਈ ਆ ਜ਼ਿਆਦਾ ਟਾਈਮ ਦੇ ਲਈ ਰਹਿ ਰਹੀ ਹੈ, ਤਾਂ ਆਪਾਂ ਨੂੰ ਕੀ TB ਦੀ ਬਿਮਾਰੀ ਹੋ ਜਾਂਦੀ ਆ। ਤਾਂ TB ਦੀ ਬਿਮਾਰੀ ਜਿਹੜੀ ਸਾਰੀ ਜ਼ਿੰਦਗੀ ਲਈ ਜ਼ਿਆਦਾ ਟਾਈਮ ਦੇ ਲਈ ਆਪਾਂ ਨੂੰ ਹੋ ਰਹੀ ਆ, ਉਹ ਕਿਹੜਾ ਰੋਗ ਹੋ ਜਾਊਗਾ? ਦੀਰਘਕਾਲੀਨ। ਤਾਂ ਇਸੇ ਕਰਕੇ ਅਸੀਂ ਸਾਲਾਂ ਬੱਧੀ ਮਤਲਬ ਬਹੁਤ ਜ਼ਿਆਦਾ ਟਾਈਮ ਤੱਕ ਬਿਮਾਰ ਰਹਿੰਦੇ ਹਾਂ, ਤਾਂ ਭਾਰ ਘਟਣਾ ਸ਼ੁਰੂ ਹੋ ਜਾਂਦਾ, ਹਰ ਵੇਲੇ ਥੱਕੇ ਮਹਿਸੂਸ ਕਰਦੇ ਹਾਂ। ਕਿਸੇ ਵੀ ਅਲਪਕਾਲੀਨ ਰੋਗ ਤੋਂ ਜੇ ਆਪਾਂ ਪੀੜਤ ਹੋ ਜਾਈਏ ਤਾਂ ਆਪਾਂ ਕੁਝ ਦਿਨ ਸਕੂਲ ਨਹੀਂ ਜਾਂਦੇ, ਪਰ ਜੇ ਦੀਰਘਕਾਲੀਨ ਰੋਗ ਹੋ ਜਾਊਗਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ, ਅਤੇ ਆਪਾਂ ਨੂੰ ਪੜ੍ਹਾਈ ਸਮਝਣ ਦੇ ਵਿੱਚ ਵੀ ਔਖ ਮਹਿਸੂਸ ਹੁੰਦੀ ਆ। ਆਪਣੀ ਸਿੱਖਣ ਅਤੇ ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ, ਅਤੇ ਲੰਬੇ ਸਮੇਂ ਦੇ ਲਈ ਸਾਡੀ ਸਿਹਤ ਖਰਾਬ ਰਹੇਗੀ। ਇਸੇ ਕਰਕੇ ਜਿਹੜੇ ਦੀਰਘਕਾਲੀਨ ਰੋਗ ਆ ਅਲਪਕਾਲੀਨ ਰੋਗਾਂ ਦੇ ਮੁਕਾਬਲੇ ਲੋਕਾਂ ਦੀ ਸਿਹਤ 'ਤੇ ਲਈ ਲੰਬੇ ਸਮੇਂ ਦੇ ਲਈ ਮਾੜਾ ਪ੍ਰਭਾਵ ਪਾਉਂਦੇ, ਕਿਉਂਕਿ ਦੀਰਘਕਾਲੀਨ ਰੋਗ ਜ਼ਿਆਦਾ ਟਾਈਮ ਤੱਕ ਆਪਣੇ ਸਰੀਰ ਦੇ ਵਿੱਚ ਰਹਿੰਦੇ ਆ। ਨੈਕਸਟ ਹੈ ਰੋਗਾਂ ਦੇ ਕਾਰਨ, ਕਿ ਰੋਗ ਕਿਉਂ ਹੋ ਰਹੇ ਆ। ਜਦੋਂ ਅਸੀਂ ਰੋਗਾਂ ਦੇ ਕਾਰਨਾਂ ਦੇ ਬਾਰੇ ਸੋਚਦੇ ਹਾਂ ਤਾਂ ਆਪਾਂ ਨੂੰ ਉਹਨਾਂ ਦੇ ਬਹੁਤ ਸਾਰੇ ਪੱਧਰਾਂ ਦੇ ਬਾਰੇ ਸੋਚਣਾ ਪੈਂਦਾ। ਜਿਵੇਂ ਆਪਾਂ ਇੱਕ ਉਦਾਹਰਨ ਲਈਏ ਕਿ ਕਿਸੇ ਵੀ ਇੱਕ ਛੋਟੇ ਬੱਚੇ ਨੂੰ ਦਸਤ ਲੱਗੇ ਸੀ, ਤਾਂ ਉਹ ਕਿਹਦੇ ਕਰਕੇ ਲੱਗ ਰਹੇ ਨੇ? ਇੱਕ ਵਿਸ਼ਾਣੂ ਦੇ ਕਰਕੇ ਆ, ਵਾਇਰਸ ਦੇ ਕਰਕੇ ਆ। ਇਸੇ ਕਰਕੇ ਬਿਮਾਰੀ ਦਾ ਅਲਪਕਾਲੀਨ ਕਾਰਨ ਵਾਇਰਸ ਹੈ, ਕਿ ਬੱਚੇ ਨੂੰ ਦਸਤ ਕਿਉਂ ਲੱਗੇ? ਵਾਇਰਸ ਦੇ ਕਰਕੇ। ਅਤੇ ਇਹ ਕੀ ਆ? ਥੋੜ੍ਹੇ ਟਾਈਮ ਦੇ ਲਈ ਹੀ ਰਹਿੰਦੇ ਆ, ਅਤੇ ਇਹ ਕਿਹੜੀ ਬਿਮਾਰੀ ਹੋ ਜਾਊਗੀ? ਅਲਪਕਾਲੀਨ। ਹੁਣ ਦੇਖੀਏ ਕਿ ਇਹ ਵਿਸ਼ਾਣੂ ਕਿੱਥੋਂ ਆਇਆ। ਹੁਣ ਜਿਹੜਾ ਪਾਣੀ ਪੀਤਾ ਹੋਊਗਾ ਬੱਚੇ ਨੇ, ਉਹ ਪਾਣੀ ਗੰਦਾ ਹੋਊਗਾ, ਤਾਂ ਹੀ ਉਸ ਗੰਦੇ ਪਾਣੀ ਦੇ ਵਿੱਚੋਂ ਵਿਸ਼ਾਣੂ ਉਸ ਬੱਚੇ ਦੇ ਸਰੀਰ ਦੇ ਵਿੱਚ ਗਿਆ। ਪਰ ਉਹਦੇ ਨਾਲ ਕਿੰਨੇ ਹੀ ਹੋਰ ਬੱਚੇ ਸੀ ਜਿਨ੍ਹਾਂ ਨੇ ਉਹ ਪਾਣੀ ਪੀਤਾ, ਬਟ ਸਾਰੇ ਬੱਚਿਆਂ ਨੂੰ ਤਾਂ ਦਸਤ ਨਹੀਂ ਲੱਗੇ। ਹੁਣ ਇਹਦਾ ਕਾਰਨ ਕੀ ਸੀਗਾ? ਕਿ ਉਹ ਬੱਚਾ ਬਿਮਾਰ ਹੋਇਆ ਤਾਂ ਉਹ ਸਿਹਤਮੰਦ ਨਹੀਂ ਸੀ, ਅਤੇ ਜਦੋਂ ਇਹ ਬੱਚਾ ਕਿਸੇ ਰੋਗਾਣੂ ਦੇ ਸੰਪਰਕ ਦੇ ਵਿੱਚ ਆਇਆ ਤਾਂ ਬਿਮਾਰ ਹੋ ਗਿਆ, ਪਰ ਦੂਜੇ ਬੱਚੇ ਬਿਮਾਰ ਨਹੀਂ ਹੋਏ, ਕਿਉਂਕਿ ਜਿਹੜਾ ਬੱਚਾ ਬਿਮਾਰ ਹੋ ਰਿਹਾ ਉਹ ਸਿਹਤਮੰਦ ਨਹੀਂ ਸੀ, ਅਤੇ ਜਿਹੜੇ ਬੱਚੇ ਬਿਮਾਰ ਨਹੀਂ ਹੋਏ ਉਹ ਸਿਹਤਮੰਦ ਹੈਗੇ ਨੇ। ਹੁਣ ਇਸ ਤੋਂ ਬਾਅਦ ਆਪਣੇ ਕੋਲ ਨੈਕਸਟ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਤੰਦਰੁਸਤ ਨਹੀਂ ਸੀਗਾ, ਤਾਂ ਉਹਦਾ ਰੀਜ਼ਨ ਕੀ ਸੀ? ਕਾਰਨ ਕੀ ਸੀ? ਸ਼ਾਇਦ ਬੱਚੇ ਨੂੰ ਖੁਰਾਕ ਕਿ ਜਿਹੜੀ ਚੀਜ਼ ਉਹ ਖਾ ਰਿਹਾ, ਰੋਟੀ ਖਾ ਰਿਹਾ ਸੀ, ਉਸ ਠੀਕ ਢੰਗ ਦੇ ਨਾਲ ਨਹੀਂ ਸੀ ਮਿਲਦੀ। ਹੁਣ ਜੇ ਰੋਟੀ ਠੀਕ ਢੰਗ ਨਾਲ ਨਹੀਂ ਸੀ ਖਾ ਰਿਹਾ ਤਾਂ ਉਹਨੂੰ ਕੀ ਪੋਸ਼ਣ ਨਹੀਂ ਸੀ ਮਿਲ ਰਿਹਾ। ਪੋਸ਼ਣ ਨਹੀਂ ਸੀ ਮਿਲ ਰਿਹਾ ਤਾਂ ਉਹ ਕਿਸੇ ਕੁਪੋਸ਼ਣ ਦਾ ਸ਼ਿਕਾਰ ਸੀ, ਕੁਪੋਸ਼ਣ ਹੋ ਗਿਆ ਸੀਗਾ ਉਹਨੂੰ। ਇਸੇ ਕਰਕੇ ਚੰਗੀ ਅਤੇ ਪੋਸ਼ਕ ਖੁਰਾਕ ਨਾ ਲੈਣਾ ਬਿਮਾਰੀ ਹੋਣ ਦਾ ਦੂਜਾ ਕਾਰਨ ਹੋ ਸਕਦਾ। ਕਿ ਜਿਵੇਂ ਹੁਣ ਆਪਾਂ ਅੱਜ ਕੱਲ੍ਹ ਦੇਖੀਏ, ਆਪਾਂ ਘਰੇ ਬਣੀ ਹੋਈ ਚੀਜ਼ ਬਹੁਤ ਘੱਟ ਖਾਂਦੇ ਹਾਂ, ਆਪਾਂ ਬਾਹਰ ਦਾ ਖਾਣਾ ਖਾ ਕੇ ਹੀ ਖੁਸ਼ ਹਾਂ, ਜਾਂ ਆਪਾਂ ਲੇਜ਼, ਕੁਰਕਰੇ, ਚਿਪਸ ਬਹੁਤ ਜ਼ਿਆਦਾ ਖਾ ਰਹੇ ਹਾਂ, ਬਰਗਰ ਖਾ ਰਹੇ ਹਾਂ। ਉਹ ਸਾਰਾ ਆਪਣੇ ਕੋਲ ਕਿ ਆਪਣੇ ਲਈ ਪੋਸ਼ਣ ਨਹੀਂ ਠੀਕ ਢੰਗ ਨਾਲ ਮਿਲਦਾ, ਅਤੇ ਆਪਾਂ ਜ਼ਿਆਦਾ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਹਾਂ, ਆਪਾਂ ਭਾਰ ਜ਼ਿਆਦਾ ਵਧਾ ਲੈਂਦੇ ਹਾਂ, ਮੋਟੇ ਹੋ ਜਾਂਦੇ ਆਪਾਂ। ਇਸੇ ਕਰਕੇ ਹੀ ਉਹ ਆਪਣੇ ਕੀ ਹੈ ਕੁਪੋਸ਼ਣ ਹੋ ਰਿਹਾ।
ਇੱਥੇ ਹੁਣ ਆਪਾਂ ਗੱਲ ਕਰ ਰਹੇ ਸੀ ਤੰਦਰੁਸਤ ਨਹੀਂ ਸੀ ਕਿ ਠੀਕ ਢੰਗ ਨਾਲ ਪੋਸ਼ਣ ਨਹੀਂ ਸੀ ਮਿਲਦਾ, ਸੰਤੁਲਿਤ ਭੋਜਨ ਨਹੀਂ ਸੀ ਖਾ ਰਿਹਾ। ਸੰਤੁਲਿਤ ਭੋਜਨ, ਹਰੀਆਂ ਸਬਜ਼ੀਆਂ ਆਪਾਂ ਜ਼ਿਆਦਾ ਖਾਵਾਂਗੇ ਤਾਂ ਆਪਾਂ ਜ਼ਿਆਦਾ ਸਿਹਤਮੰਦ ਰਹਿੰਦੇ ਹਾਂ। ਹੋਰ ਕੀ ਹੋ ਸਕਦਾ ਕਿ ਬੱਚੇ ਦੇ ਅਨੁਵੰਸ਼ਿਕ ਜਿਹੜੀ ਜੈਨੇਟਿਕਸ ਨੇ ਉਹ ਵੀ ਇੱਦਾਂ ਦੇ ਗੁਣ ਹੋ ਸਕਦੇ ਆ ਕਿ ਜਦੋਂ ਉਹ ਰੋਗਾਣੂ ਦੇ ਸੰਪਰਕ ਦੇ ਵਿੱਚ ਆਉਂਦਾ ਤਾਂ ਉਹਨੂੰ ਦਸਤ ਲੱਗ ਜਾਂਦੇ ਹਨ। ਤਾਂ ਰੋਗਾਣੂ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ ਅਨੁਵੰਸ਼ਿਕ ਗੁਣ ਅਤੇ ਕੁਪੋਸ਼ਣ ਇਕੱਲੇ ਦਸਤ ਲੱਗਣ ਦਾ ਕਾਰਨ ਨਹੀਂ ਬਣਦੇ, ਪਰੰਤੂ ਉਹ ਬਿਮਾਰੀ ਦਾ ਕਾਰਨ ਜ਼ਰੂਰ ਹੁੰਦੇ ਆ ਕਿ ਉਹਨਾਂ ਦੇ ਕਰਕੇ ਵੀ ਇਹ ਬਿਮਾਰੀ ਉਸ ਬੱਚੇ ਨੂੰ ਲੱਗ ਰਹੀ ਆ। ਤਾਂ ਹੁਣ ਬੱਚੇ ਦੇ ਲਈ ਜਿਹੜਾ ਪਾਣੀ ਉਸਨੇ ਗੰਦਾ ਪਾਣੀ ਪੀਤਾ ਸੀ ਤਾਂ ਉਹਦੀ ਜਗ੍ਹਾ 'ਤੇ ਇਹਨੂੰ ਸਾਫ਼ ਸੁਥਰਾ ਪਾਣੀ ਕਿਉਂ ਨਹੀਂ ਸੀ ਮਿਲਿਆ? ਸ਼ਾਇਦ ਜਿੱਥੇ ਪਰਿਵਾਰ ਰਹਿੰਦਾ ਸੀ ਉੱਥੇ ਜਨਤਕ ਸੇਵਾਵਾਂ ਮਤਲਬ ਪੀਣ ਵਾਲਾ ਪਾਣੀ ਸਾਫ਼ ਨਹੀਂ ਮਿਲਦਾ ਹੋਊਗਾ, ਜਾਂ ਉੱਥੇ ਜ਼ਿਆਦਾ ਗਰੀਬੀ ਹੋਊਗੀ ਅਤੇ ਜਨਤਕ ਸੇਵਾਵਾਂ ਦੀ ਘਾਟ ਸੀ, ਇਹ ਉਹਦਾ ਹੋਰ ਕਾਰਨ ਹੋ ਸਕਦਾ। ਤਾਂ ਸਾਰੀਆਂ ਬਿਮਾਰੀਆਂ ਦੇ ਲਈ ਕੋਈ ਨਾ ਕੋਈ ਤੁਰੰਤ ਕਾਰਨ ਅਤੇ ਕੁਝ ਸਹਾਇਕ ਕਾਰਨ ਹੁੰਦੇ ਆ। ਇਸ ਲਈ ਵੱਖ-ਵੱਖ ਕਿਸਮਾਂ ਦੇ ਰੋਗਾਂ ਦਾ ਕੋਈ ਇੱਕ ਨਹੀਂ ਬਲਕਿ ਕਈ ਕਾਰਨ ਹੁੰਦੇ। ਜਿਵੇਂ ਹੁਣ ਆਪਾਂ ਇਸ ਦੇ ਵਿੱਚ ਹੀ ਦੇਖ ਕੇ ਹਟੇ ਹਾਂ ਕਿ ਦਸਤ ਲੱਗਣ ਦਾ ਉਹਨੂੰ ਕਾਰਨ ਕੀ ਸੀ? ਉਹਨੇ ਗੰਦਾ ਪਾਣੀ ਪੀਤਾ। ਗੰਦਾ ਪਾਣੀ ਜਿਹੜਾ ਉਹ ਪੀ ਰਿਹਾ ਸੀ ਤਾਂ ਉਹਦੇ ਵਿੱਚ ਵਿਸ਼ਾਣੂ ਉਹਦੇ ਸਰੀਰ ਦੇ ਅੰਦਰ ਗਿਆ ਤਾਂ ਉਹ ਕੀ ਸੀਗਾ? ਬਿਮਾਰ ਹੋ ਗਿਆ, ਤੰਦਰੁਸਤ ਨਹੀਂ ਸੀ। ਤੰਦਰੁਸਤ ਨਹੀਂ ਸੀ ਕਿਉਂਕਿ ਉਹਨੂੰ ਚੰਗੀ ਖੁਰਾਕ ਨਹੀਂ ਸੀ ਮਿਲ ਰਹੀ। ਚੰਗੀ ਖੁਰਾਕ ਨਹੀਂ ਸੀ ਮਿਲ ਰਹੀ ਤਾਂ ਉਹਨੂੰ ਕੁਪੋਸ਼ਣ ਵੀ ਹੋ ਗਿਆ। ਹੋਰ ਇਹਦਾ ਕਾਰਨ ਕੀ ਹੋ ਸਕਦਾ? ਕਦੇ ਅਨੁਵੰਸ਼ਿਕ ਗੁਣ ਨੇ ਕਿ ਪਰਿਵਾਰ ਦੇ ਵਿੱਚ ਹੀ ਇੱਦਾਂ ਹੋ ਸਕਦਾ, ਉਹਦੇ ਜੈਨੇਟਿਕਸ ਦੇ ਵਿੱਚ ਹੀ ਇੱਦਾਂ ਨੇ। ਫਿਰ ਉਹਨੂੰ ਪਾਣੀ ਸਾਫ਼ ਕਿਉਂ ਨਹੀਂ ਮਿਲਿਆ? ਕਿਉਂਕਿ ਜਿਹੜੀ ਜਗ੍ਹਾ ਦੇ ਉੱਪਰ ਰਹਿੰਦਾ ਸੀਗਾ ਉੱਥੇ ਗਰੀਬੀ ਹੋ ਸਕਦੀ ਆ, ਜਨਤਕ ਸੇਵਾਵਾਂ ਘੱਟ ਹੋ ਸਕਦੀਆਂ ਨੇ। ਨੈਕਸਟ ਹੈ ਛੂਤ ਅਤੇ ਅਛੂਤ ਦੇ ਰੋਗ। ਛੂਤ ਦੇ ਕਾਰਕ, ਜਿਨ੍ਹਾਂ ਦਾ ਕਾਰਨ ਸੂਖਮ ਜੀਵ ਆ ਕਿ ਰੋਗਾਂ ਦਾ ਕਾਰਨ ਇੱਕ ਆਪਣੇ ਕੋਲ ਹੁੰਦਾ ਛੂਤ ਅਤੇ ਇੱਕ ਅਛੂਤ। ਛੂਤ ਮਤਲਬ ਕਿ ਇਹਦੇ ਵਿੱਚ ਜ਼ਿਆਦਾਤਰ ਸੂਖਮ ਜੀਵ ਹੁੰਦੇ ਆ ਅਤੇ ਇਹਨਾਂ ਦੇ ਤਤਕਾਲੀਨ ਕਾਰਕ ਜਿਹੜੇ ਸੂਖਮ ਜੀਵ ਨੇ ਉਹ ਕੀ ਹੈ? ਇੱਕ ਤੋਂ ਦੂਜੇ ਇਨਸਾਨ ਨੂੰ ਬਿਮਾਰ ਕਰ ਸਕਦੇ ਆ। ਤਾਂ ਇਹ ਛੂਤ ਦੇ ਰੋਗ ਹੁੰਦੇ ਕਿ ਜੇ ਕਿਸੇ ਨੂੰ ਆਪਾਂ ਟੱਚ ਕੀਤਾ ਜਾਂ ਕਿਸੇ ਦੇ ਨਾਲ ਆਪਾਂ ਖੜ੍ਹ ਜਾਂ ਬੈਠ ਰਹੇ ਹਾਂ ਤਾਂ ਆਪਾਂ ਨੂੰ ਵੀ ਉਹ ਰੋਗ ਹੋ ਜਾਂਦਾ ਜਿਹੜਾ ਇੱਕ ਵਿਅਕਤੀ ਨੂੰ ਹੁੰਦਾ ਹੈ। ਪਰ ਦੂਜੇ ਪਾਸੇ ਆਪਣੇ ਕੋਲ ਕੁਝ ਰੋਗ ਇੱਦਾਂ ਦੇ ਆ ਜਿਹੜੇ ਛੂਤ ਦੇ ਕਾਰਨਾਂ ਕਰਕੇ ਨਹੀਂ ਹੁੰਦੇ, ਉਹਨਾਂ ਦੇ ਕਾਰਨ ਹੋਰ ਹੁੰਦੇ ਆ, ਪਰ ਉਹ ਸੂਖਮ ਜੀਵਾਂ ਦੀ ਤਰ੍ਹਾਂ ਬਾਹਰੀ ਕਾਰਕ ਨਹੀਂ ਹੁੰਦੇ ਜਿਹੜੇ ਇੱਕ ਤੋਂ ਦੂਜੇ ਇਨਸਾਨ ਤੱਕ ਫੈਲ ਜਾਣ। ਤਾਂ ਇਹਨਾਂ ਦਾ ਕਾਰਨ ਕੀ ਆ? ਅੰਦਰੂਨੀ ਹੁੰਦਾ। ਅਤੇ ਇਹ ਕਿਹੜੇ ਨੇ? ਅਛੂਤ ਦੇ ਰੋਗ। ਹੁਣ ਜਿਵੇਂ ਕੈਂਸਰ ਆ ਉਹ ਕਿ ਅਨੁਵੰਸ਼ਿਕ ਦੋਸ਼ਾਂ ਕਰਕੇ ਹੁੰਦਾ। ਲਹੂ ਦਾ ਉੱਚ ਦਬਾਅ, ਜਿਹੜਾ ਆਪਣਾ BP ਵੱਧ ਜਾਂਦਾ, ਉਹ ਕੰਮ ਦੀ ਜ਼ਿਆਦਾ ਟੈਨਸ਼ਨ ਆਪਾਂ ਲੈ ਰਹੇ ਹਾਂ, ਐਕਸਰਸਾਈਜ਼ ਨਹੀਂ ਕਰਦੇ, ਇਹਨਾਂ ਕਰਕੇ ਵੀ ਹੋ ਜਾਂਦਾ। ਤਾਂ ਇਹ ਕੀ ਆਪਣੇ ਕੋਲ ਛੂਤ ਦੇ ਰੋਗ ਨਹੀਂ ਹੈਗੇ ਕਿ ਜੇ ਹੁਣ ਆਪਾਂ ਕਹਿ ਦਈਏ ਕਿ ਇੱਕ ਇਨਸਾਨ ਨੂੰ BP ਵੱਧ ਜਾਂ BP ਘੱਟ ਆ, ਸ਼ੂਗਰ ਹੋਈ ਹੋਈ ਆ, ਤਾਂ ਆਪਾਂ ਜੇ ਉਹਦੇ ਕੋਲੇ ਬੈਠਾਂਗੇ ਜਾਂ ਖੜਾਂਗੇ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਇਹ ਬਿਮਾਰੀ ਨਹੀਂ ਹੁੰਦੀ। ਜਿਹੜੇ ਤਰੀਕਿਆਂ ਦੇ ਨਾਲ ਬਿਮਾਰੀਆਂ ਫੈਲਦੀਆਂ ਅਤੇ ਜਿਹੜੇ ਤਰੀਕਿਆਂ ਦੇ ਨਾਲ ਆਪਾਂ ਉਹਨਾਂ ਦਾ ਇਲਾਜ ਕਰਦੇ ਹਾਂ ਤਾਂ ਸਮੁਦਾਇਕ ਪੱਧਰ 'ਤੇ ਉਹਨਾਂ ਤੋਂ ਬਚਾਅ ਕੀਤਾ ਜਾਂਦਾ ਅਤੇ ਉਹ ਬਿਮਾਰੀ ਦੀ ਕਿਸਮ ਦੇ ਉੱਪਰ ਨਿਰਭਰ ਕਰਦਾ ਕਿ ਉਹ ਛੂਤ ਆ ਜਾਂ ਅਛੂਤ ਆ। ਨੈਕਸਟ ਹੈ ਛੂਤ ਦੇ ਰੋਗ। ਜਿਹੜੇ ਸਜੀਵ ਬਿਮਾਰੀਆਂ ਫੈਲਾਉਂਦੇ ਆ ਉਹ ਅਨੇਕਾਂ ਵਰਗਾਂ ਦੇ ਵਿੱਚ ਆਉਂਦੇ ਆ ਅਤੇ ਉਹਨਾਂ ਦੇ ਵਿੱਚੋਂ ਕੁਝ ਵਿਸ਼ਾਣੂ, ਜੀਵਾਣੂ, ਉੱਲੀਆਂ, ਇੱਕ ਸੈਲੀ ਜੀਵ ਭਾਵ ਪ੍ਰੋਟੋਜ਼ੋਆ ਹੁੰਦੇ ਆ। ਅਤੇ ਕੁਝ ਬਿਮਾਰੀਆਂ ਕਿਹਨਾਂ ਦੇ ਕਰਕੇ ਹੁੰਦੀਆਂ ਨੇ? ਬਹੁਤ ਸੈਲੀ ਜੀਵਾਂ ਦੇ ਕਰਕੇ, ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਕਿਰਮ ਆ ਜਾਂਦੇ ਆ। ਵਿਸ਼ਾਣੂਆਂ ਦੁਆਰਾ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਕਿਹੜੀਆਂ ਨੇ? ਖਾਂਸੀ, ਜ਼ੁਕਾਮ, ਇਨਫਲੂਐਂਜ਼ਾ, ਡੇਂਗੂ ਬੁਖਾਰ ਅਤੇ ਏਡਸ। ਹੁਣ ਇਸੇ ਤਰ੍ਹਾਂ ਕੁਝ ਆਪਣੇ ਕੋਲੇ ਜਿਹੜੀਆਂ ਹੋਰ ਬਿਮਾਰੀਆਂ ਜਿਵੇਂ ਟਾਈਫਾਈਡ ਬੁਖਾਰ, ਹੈਜ਼ਾ, TB ਦਾ ਰੋਗ, ਐਂਥਰੈਕਸ ਰੋਗ, ਇਹ ਕਿਹਦੇ ਨਾਲ ਹੋ ਰਹੇ ਨੇ? ਜੀਵਾਣੂਆਂ ਦੇ ਨਾਲ। ਇੱਥੇ ਸੀਗੇ ਵਿਸ਼ਾਣੂਆਂ ਦੇ ਕਰਕੇ, ਇਹ ਵਾਲੇ ਰੋਗ ਆ ਜੀਵਾਣੂਆਂ ਦੇ ਕਰਕੇ। ਬਹੁਤ ਸਾਰੇ ਚਮੜੀ ਰੋਗ ਹੋ ਜਾਂਦੇ ਜਿਹੜੇ ਉੱਲੀ ਦੇ ਕਾਰਨ ਹੁੰਦੇ ਆ। ਪ੍ਰੋਟੋਜ਼ੋਆ ਸੂਖਮ ਜੀਵ ਆ ਜਿਹੜੀ ਆਮ ਹੋਣ ਵਾਲੀ ਬਿਮਾਰੀ ਆ, ਜਿਵੇਂ ਮਲੇਰੀਆ ਰੋਗ ਆ, ਕਾਲਾਜ਼ਾਰ, ਇਹ ਸਾਰੇ ਕੀ ਆ? ਪ੍ਰੋਟੋਜ਼ੋਆ ਦੇ ਕਾਰਨ ਹੁੰਦੇ ਆ। ਅੰਤੜੀ ਦੇ ਵਿੱਚ ਹੋਣ ਵਾਲੀ ਕਿਰਮ ਦੀ ਲਾਰ ਅਤੇ ਕਿਸਮਾਂ ਦੀ ਕਈ ਪ੍ਰਜਾਤੀਆਂ ਨਾਲ ਜਿਹੜਾ ਰੋਗ ਹੁੰਦਾ ਉਹ ਕਿਹੜਾ? ਪੈਰ ਫੁੱਲਣ ਦੇਸ਼ ਰੋਗ, ਇਹ ਵੀ ਹੋ ਜਾਂਦਾ। ਹੁਣ ਆਪਾਂ ਲਾਗ ਕਿਹਦੇ ਕਰਕੇ ਹੋ ਰਹੀ ਹੈ? ਇਹਦੇ ਕਾਰਕਾਂ ਦੇ ਬਾਰੇ ਸੋਚਣਾ ਕਿ ਇਹਦਾ ਕੀ ਆ, ਰੀਜ਼ਨ ਕੀ ਆ, ਕਿਉਂ ਹੋ ਰਿਹਾ, ਤਾਂ ਕਿ ਆਪਾਂ ਫੈਸਲਾ ਕਰ ਸਕੀਏ ਇਹਦਾ ਇਲਾਜ ਕਿਵੇਂ ਕਰਨਾ। ਤਾਂ ਇਹਨਾਂ ਸਾਰੇ ਵਰਗਾਂ ਦੇ ਜੀਵਾਂ ਜਿਵੇਂ ਵਿਸ਼ਾਣੂਆਂ, ਜੀਵਾਣੂਆਂ, ਇਹਨਾਂ ਦੇ ਕੁਝ ਸਾਂਝੇ ਜੈਵਿਕ ਗੁਣ ਹੁੰਦੇ ਆ। ਹੁਣ ਸਾਰੇ ਵਿਸ਼ਾਣੂ ਪਰਪੋਸ਼ੀ ਦੇ ਸਰੀਰਕ ਸੈੱਲਾਂ ਵਿੱਚ ਰਹਿੰਦੇ ਆ, ਮਤਲਬ ਜਿਹੜੇ ਕਿਸੇ ਇਨਸਾਨ ਦੇ ਅੰਦਰ, ਸਰੀਰ ਦੇ ਅੰਦਰ ਜਿੱਥੋਂ ਉਹਨਾਂ ਨੂੰ ਆਪਣਾ ਭੋਜਨ ਮਿਲਣਾ, ਤਾਂ ਉਹ ਪਰਪੋਸ਼ੀ ਦੇ ਸਰੀਰ ਦੇ ਅੰਦਰ ਵਿਸ਼ਾਣੂ ਰਹਿ ਰਹੇ ਆ, ਪਰ ਜੀਵਾਣੂ ਇੱਦਾਂ ਨਹੀਂ ਕਰਦੇ। ਵਿਸ਼ਾਣੂ, ਜੀਵਾਣੂ ਅਤੇ ਉੱਲੀਆਂ ਬਹੁਤ ਤੇਜ਼ੀ ਨਾਲ ਗੁਣਿਤ ਹੁੰਦੇ ਆ, ਮਤਲਬ ਅੱਗੇ ਦੀ ਅੱਗੇ ਬਹੁਤ ਜ਼ਿਆਦਾ ਵੱਧਦੇ ਰਹਿੰਦੇ ਆ, ਪਰ ਇਹਦੀ ਤੁਲਨਾ ਦੇ ਵਿੱਚ ਜਿਹੜੇ ਕਿਰਮ ਆ ਉਹਨਾਂ ਦੇ ਵਿੱਚ ਵਾਧਾ ਜਾਂ ਗੁਣਨ ਨਹੀਂ ਹੁੰਦਾ, ਬਹੁਤ ਜ਼ਿਆਦਾ ਘੱਟ ਹੁੰਦਾ। ਤਾਂ ਵਰਗੀਕਰਨ ਦੇ ਅਨੁਸਾਰ ਜੇ ਆਪਾਂ ਜੀਵਾਣੂ ਵਿਸ਼ਾਣੂਆਂ ਤੋਂ ਉਲਟ ਇੱਕ ਦੂਜੇ ਦੇ ਬਹੁਤ ਨੇੜੇ ਹੁੰਦੇ ਕਿ ਵਿਸ਼ਾਣੂ ਤਾਂ ਦੂਰ ਦੂਰ ਪਏ ਹੁੰਦੇ ਆ, ਪਰ ਜਿਹੜੇ ਜੀਵਾਣੂ ਆ ਉਹ ਬਹੁਤ ਜ਼ਿਆਦਾ ਨੇੜੇ ਨੇੜੇ ਪਏ ਹੁੰਦੇ ਆ। ਅਤੇ ਇਹ ਸਿਰਫ ਕੀ ਆਪਣੇ ਕੋਲ ਵਿਸ਼ਾਣੂਆਂ ਦੇ ਵਿੱਚ ਵੀ ਹੁੰਦਾ, ਅਜਿਹਾ ਵਿਸ਼ਾਣੂਆਂ ਵਿੱਚ ਵੀ ਹੁੰਦਾ ਹੈ। ਇਸ ਦਾ ਅਰਥ ਕੀ ਆ ਕਿ ਬਹੁਤ ਸਾਰੀਆਂ ਜੈਵਿਕ ਪ੍ਰਕਿਰਿਆਵਾਂ ਨੇ। ਜੈਵ ਪ੍ਰਕਿਰਿਆਵਾਂ ਦੇ ਬਾਰੇ
ਸਾਰੇ ਜੀਵਾਣੂਆਂ ਦੇ ਵਿੱਚ ਇੱਕੋ ਸਮਾਨ ਹੁੰਦੀ ਹੈ ਕਿ ਜਿੰਨੇ ਵੀ ਜੀਵਾਣੂ ਦਿੱਤੇ ਹੋਏ ਆ ਉਹਨਾਂ ਦੇ ਅੰਦਰ ਜਿਹੜੀਆਂ ਜੈਵ ਪ੍ਰਕਿਰਿਆਵਾਂ ਹੋ ਰਹੀਆਂ ਨੇ ਉਹ ਇੱਕੋ ਜਿਹੀਆਂ ਹੀ ਹੋਣਗੀਆਂ, ਸੇਮ ਹੋਣਗੀਆਂ, ਪਰ ਵਿਸ਼ਾਣੂ ਵਰਗ ਤੋਂ ਅਲੱਗ ਹੋਣਗੀਆਂ ਕਿਉਂਕਿ ਜੀਵਾਣੂ ਤੇ ਵਿਸ਼ਾਣੂ ਇੱਕ ਦੂਜੇ ਤੋਂ ਅਲੱਗ-ਅਲੱਗ ਨੇ। ਹੁਣ ਇਹਦੇ ਕਰਕੇ ਇੱਕ ਦਵਾਈ ਬਣਾਈ ਗਈ ਹੈ ਜਿਹੜੀ ਕਿਸੇ ਵੀ ਵਰਗ ਦੇ ਵਿੱਚ ਇੱਕ ਜੈਵ ਪ੍ਰਕਿਰਿਆ ਨੂੰ ਰੋਕਦੀ ਹੈ, ਉਹ ਉਸ ਵਰਗ ਦੇ ਦੂਜੇ ਮੈਂਬਰਾਂ 'ਤੇ ਵੀ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਪਾਏਗੀ, ਪਰ ਇਹ ਦਵਾਈ ਦੂਜੇ ਵਰਗ ਨਾਲ ਸੰਬੰਧਿਤ ਰੋਗਾਣੂਆਂ 'ਤੇ ਕੋਈ ਪ੍ਰਭਾਵ ਨਹੀਂ ਪਾਏਗੀ ਕਿ ਇੱਕੋ ਵਰਗ ਦੇ ਅੰਦਰ ਜਿੰਨੇ ਮੈਂਬਰ ਨੇ ਉਹਨਾਂ ਦੇ ਉੱਪਰ ਹੀ ਇਸ ਦਵਾਈ ਨੇ ਅਸਰ ਕਰਨਾ ਹੈ, ਪਰ ਜਿਹੜਾ ਆਪਣੇ ਕੋਲ ਦੂਜੇ ਵਰਗ ਦੇ ਅੰਦਰ ਕੋਈ ਹੋਰ ਸੰਬੰਧਿਤ ਰੋਗਾਣੂ ਆ ਉਹਨਾਂ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਾਉਣਾ। ਤਾਂ ਇਸ ਕਰਕੇ ਪ੍ਰਤੀ ਜੈਵਿਕ ਦਵਾਈ ਦੀ ਆਪਾਂ ਉਦਾਹਰਨ ਲੈਂਦੇ ਹਾਂ ਤਾਂ ਇਹ ਆਮ ਤੌਰ 'ਤੇ ਜੀਵਾਣੂਆਂ ਦੇ ਲਈ ਮਹੱਤਵਪੂਰਨ ਜੈਵ ਰਸਾਇਣਿਕ ਮਾਰਗ ਨੂੰ ਬੰਦ ਕਰ ਦਿੰਦੀ ਕਿ ਕਿਹੜੇ ਰਸਤੇ ਦੇ ਉਹ ਆ ਰਹੇ ਸੀ। ਬਹੁਤ ਸਾਰੇ ਜੀਵਾਣੂ ਆਪਣੀ ਰੱਖਿਆ ਦੇ ਲਈ ਕੀ ਕਰਦੇ ਨੇ, ਆਪਣੇ ਆਲੇ ਦੁਆਲੇ ਇੱਕ ਸੈੱਲ ਭਿੱਤੀ ਜਾਂ ਸੈੱਲ ਕਵਚ ਬਣਾ ਲੈਂਦੇ ਆ। ਤਾਂ ਇੱਦਾਂ ਹੀ ਇੱਕ ਪੈਂਸਲੀਨ ਦੀ ਦਵਾਈ ਹੈ ਜਿਹੜੀ ਇੱਕ ਪ੍ਰਤੀ ਜੈਵਿਕ ਦਵਾਈ ਆ, ਤਾਂ ਜੀਵਾਣੂ ਦੀ ਸੈੱਲ ਭਿੱਤੀ ਬਣਾਉਣ ਦੀ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ। ਹੁਣ ਜੇ ਸੈੱਲ ਭਿੱਤੀ ਨਹੀਂ ਬਣੂਗੀ ਤਾਂ ਜੀਵਾਣੂ ਵੀ ਵਧਣਗੇ ਨਹੀਂ ਤੇ ਉਹ ਆਸਾਨੀ ਨਾਲ ਮਰ ਜਾਂਦੇ। ਪਰ ਜਿਹੜੇ ਆਪਾਂ ਆਪਣੇ ਅੰਦਰ ਦਵਾਈ ਨੂੰ ਲੈ ਕੇ ਆ ਰਹੇ ਹਾਂ ਤਾਂ ਮਨੁੱਖ ਦੇ ਸੈੱਲ ਕੀ ਕਰਦੇ, ਉਹ ਸੈੱਲ ਭਿੱਤੀ ਨਹੀਂ ਬਣਾ ਸਕਦੇ, ਇਸ ਲਈ ਪੈਂਸਲੀਨ ਦਾ ਆਪਣੇ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ। ਤਾਂ ਪੈਂਸਲੀਨ ਦਵਾਈ ਇਹੋ ਜਿਹੇ ਸਾਰੇ ਜੀਵਾਣੂਆਂ ਦੇ ਉੱਪਰ ਪ੍ਰਭਾਵ ਪਾਏਗੀ ਜਿਨ੍ਹਾਂ ਵਿੱਚ ਸੈੱਲ ਭਿੱਤੀ ਬਣਾਉਣ ਦੀ ਪ੍ਰਕਿਰਿਆ ਹੁੰਦੀ। ਤਾਂ ਇਸ ਕਰਕੇ ਜਿਹੜੀਆਂ ਬਹੁਤ ਸਾਰੀਆਂ ਪ੍ਰਤੀ ਜੈਵਿਕ ਦਵਾਈਆਂ ਨੇ ਉਹ ਜੀਵਾਣੂਆਂ ਦੇ ਕਿਸੇ ਇੱਕ ਪ੍ਰਜਾਤੀ ਨੂੰ ਨਹੀਂ ਸਗੋਂ ਕਈ ਪ੍ਰਜਾਤੀਆਂ ਨੂੰ ਪ੍ਰਭਾਵਿਤ ਕਰਦੀ, ਪਰ ਵਿਸ਼ਾਣੂਆਂ ਦੇ ਵਿੱਚ ਇੱਦਾਂ ਦੀ ਕੋਈ ਕਿਰਿਆ ਨਹੀਂ ਹੁੰਦੀ। ਹੁਣ ਇਸੇ ਕਾਰਨ ਹੈ ਕਿ ਕੋਈ ਵੀ ਪ੍ਰਤੀ ਜੈਵਿਕ ਦਵਾਈ ਆ ਵਿਸ਼ਾਣੂ ਦੀ ਲਾਗ ਵੇਲੇ ਅਸਰ ਜਾਂ ਪ੍ਰਭਾਵ ਨਹੀਂ ਪਾਉਂਦੀ। ਜੇ ਅਸੀਂ ਖਾਂਸੀ ਜ਼ੁਕਾਮ ਤੋਂ ਪੀੜਤ ਹਾਂ ਜਾਂ ਆਪਾਂ ਐਂਟੀਬਾਇਓਟਿਕ ਦਵਾਈ ਲੈ ਲਈਏ ਤਾਂ ਉਹ ਰੋਗ ਦੀ ਤੀਬਰਤਾ ਜਾਂ ਉਸਦਾ ਸਮਾਂ ਘੱਟ ਨਹੀਂ ਹੁੰਦਾ, ਜਿੰਨਾ ਟਾਈਮ ਰਹਿਣਾ ਖਾਂਸੀ ਜ਼ੁਕਾਮ ਓਨਾ ਟਾਈਮ ਹੀ ਰਹੂਗਾ। ਪਰ ਜੇ ਸਾਨੂੰ ਵਿਸ਼ਾਣੂਆਂ ਦੇ ਨਾਲ ਜੀਵਾਣੂਆਂ ਦੀ ਲਾਗ ਕੇ ਆਪਾਂ ਨੂੰ ਇਨਫੈਕਸ਼ਨ ਵੀ ਹੋ ਗਈ ਆ ਤਾਂ ਆਪਾਂ ਐਂਟੀਬਾਇਓਟਿਕ ਜਾਂ ਪ੍ਰਤੀ ਜੈਵਿਕ ਦਵਾਈ ਲੈ ਸਕਦੇ। ਤਾਂ ਇਹ ਪ੍ਰਤੀ ਜੈਵਿਕ ਦਵਾਈ ਹੈ ਜਿਹੜੀ ਜੀਵਾਣੂ ਦੀ ਲਾਗ ਨੂੰ ਠੀਕ ਕਰੂਗੀ, ਨਾ ਕਿ ਵਿਸ਼ਾਣੂ ਦੀ ਲਾਗ ਨੂੰ। ਥੈਂਕ ਯੂ।